ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਨੂਰ ਜੀ ਖੜੇ ਨੇ, ਮਤਲਬ ਬੜੇ ਤਕੜੇ ਨੇ ਜੀ। ਮੈਂ ਡਰ ਰਿਹਾ ਜੀ। ਜਿਹੜਾ ਲੋਕ ਸਭਾ ਲੜਿਆ ਸੀ ਉਹਨੂੰ ਬੜਾ ਚਸਕਾ ਸੀ। ਉਹ ਵੀ ਕਹਿੰਦਾ ਮੈਂ ਡੀਸੀ ਰਿਹਾ ਆ, ਤੇ ਉਹ ਪਤਾ ਨਹੀਂ ਉਹਦਾ ਦੁਖੀ ਰਾਮ ਹੈ ਕਿ ਖੁਸ਼ੀ ਰਾਮ ਹੈ ਵਿਚਾਰੇ ਦਾ, ਉਹ ਵੀ ਲੜ ਰਿਹਾ ਆ। ਦੇਖੋ ਹੱਸਣਾ ਨਹੀਂ ਜੀ ਕਿਸੇ ਨੇ, ਤੁਹਾਨੂੰ ਮੈਂ ਦੱਸਦੇ 35 ਸਾਲਾਂ 'ਚ ਤਾਂ ਕਰਪਸ਼ਨ ਦਾ ਅੱਡਾ ਬਣਾ ਦਿੱਤਾ ਫਗਵਾੜਾ। ਔਰ ਮੈਨੂੰ ਉੱਥੇ ਤਰਸ ਆਉਂਦਾ ਵਿਚਾਰੇ ਤੇ ਕਿ ਲੋਕਾਂ ਦੇ ਵਿੱਚ ਇਹ ਕਰਦਾ ਕਿ ਮੈਂ ਇਮਾਨਦਾਰ। ਸਮਝ ਨਹੀਂ ਆਉਂਦੀ ਵੀ ਜੇ ਤੂੰ ਇਮਾਨਦਾਰ ਹੈ ਤਾਂ ਜਿਹੜਾ ਸੋਮ ਪ੍ਰਕਾਸ਼ ਨੇ ਇਲਜ਼ਾਮ ਲਗਾਇਆ ਸੀ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਅਜੇ ਤੱਕ। ਬਰਜਿੰਦਰ ਸਿੰਘ ਹੁਸੈਨਪੁਰ ਇੱਕ ਪਾਸੋਂ ਕਹਿੰਦੇ ਕਿ ਦਾਅਵੇਦਾਰੀ ਕਹਿੰਦੇ ਕਿ ਬਸਪਾ ਵੱਲੋਂ ਮੈਨੂੰ ਟਿਕਟ ਮਿਲੀ ਹੈ। ਤੁਹਾਡੇ ਨਛੱਤਰ ਹੁਰੀ ਇੱਕ ਪਾਸੋਂ ਕਹਿੰਦੇ ਕਿ ਬਸਪਾ ਦੇ ਵੱਲੋਂ ਮੈਨੂੰ ਟਿਕਟ ਮਿਲੀ ਆ। ਮਾਮਲਾ ਉਲਝਦਾ ਜਾਂਦਾ ਆ ਤੇ ਉਹਦੇ ਤੋਂ ਬਾਅਦ ਬਰਜਿੰਦਰ ਹੋਰਾਂ ਦੇ ਉੱਤੇ 420 ਦਾ ਪਰਚਾ ਵੀ ਕਰਵਾ ਦਿੱਤਾ ਜਾਂਦਾ ਆ। ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਮੁੱਕਰ ਰਿਹਾ ਕਿ ਟਿਕਟ ਸਾਡੀ ਨਹੀਂ, ਅਸੀਂ ਜਾਰੀ ਨਹੀਂ ਕੀਤੀ। ਅਸੀਂ ਤਿੰਨੋਂ ਹੀ ਇੱਕ ਸੁਰ ਦੇ ਵਿੱਚ ਕਹਿ ਰਹੇ ਸਾਡਾ ਅਧਿਕਾਰਤ ਉਮੀਦਵਾਰ ਡਾਕਟਰ ਨਛੱਤਰਪਾਲ ਜੀ ਆ। ਤੇ ਇਹ ਤਾਂ ਸਮਾਜ ਸੇਵੀ ਜਿਹੜੇ ਉਸ ਵਿੰਗ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਦੱਸਣਾ ਚਾਹੀਦਾ ਆ। ਵਿਧਾਨ ਸਭਾ ਚੋਣਾਂ ਨੂੰ ਬਸ ਹੁਣ ਚੰਦ ਦਿਨ ਬਾਕੀ ਰਹਿ ਗਏ ਨੇ ਤੇ ਜਿੰਨਾ ਕੁ VOTING ਦਾ ਸਮਾਂ ਨੇੜੇ ਆ ਰਿਹਾ, ਉਨਾ ਹੀ ਚੋਣ ਪ੍ਰਚਾਰ ਵੀ ਭਖਦਾ ਜਾ ਰਿਹਾ। ਟੁੱਟ ਭੱਜ ਵੀ ਪਾਰਟੀਆਂ ਦੀ ਵੱਧਦੀ ਜਾ ਰਹੀ ਹੈ। ਕਿਸੇ ਨੂੰ ਸ਼ਾਮਲ ਕਰਵਾਉਣ ਤੇ ਕਿਸੇ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਉਣ ਦਾ ਸਿਲਸਿਲਾ ਲਗਾਤਾਰ ਚੱਲਦਾ ਪਿਆ। ਉਹ ਗੱਲ ਵੱਖਰੀ ਹੈ ਕਿ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਦਾ ਕਰਕੇ ਇਸ ਸਮੇਂ ਖੁੱਲ੍ਹ ਕੇ ਵੱਡੀਆਂ ਰੈਲੀਆਂ ਕਰਨ ਦੀ ਇਜਾਜ਼ਤ ਨਾ ਮਿਲਣ ਦਾ ਕਰਕੇ ਡੋਰ ਟੂ ਡੋਰ ਕੰਪੇਨ ਬਹੁਤੀ ਚੱਲਦੀ ਪਈ ਆ। ਫਗਵਾੜੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਹੁਰੀ ਚੋਣ ਮੈਦਾਨ 'ਚ ਨੇ। ਅਕਾਲੀ ਬਸਪਾ ਗੱਠਜੋੜ ਤੋਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਗੜੀ ਸਾਹਿਬ, ਇਸ ਵੇਲੇ ਮਾਹੌਲ ਭਖਿਆ ਹੋਇਆ ਔਰ ਮੇਰਾ ਖਿਆਲ ਹੈ ਕਿ ਇਦਾਂ ਦਾ ਮੁਕਾਬਲਾ ਚੋਣਾਂ ਤੁਸੀਂ ਪਹਿਲਾਂ ਵੀ ਲੜੀਆਂ ਆ। ਇਹ ਬਹੁ ਕੋਣਾ ਮੁਕਾਬਲਾ ਪਹਿਲਾਂ ਨਹੀਂ ਬਣਦਾ ਸੀਗਾ। ਪਹਿਲਾਂ 2 3 ਜਾਂ ਹੱਦ 4 ਕਿਤੇ ਬਣਦੀਆਂ ਹੁੰਦੀਆਂ ਸੀ ਤੇ ਚੌਥੀ ਵੀ ਅਣਗੌਲੀ ਜੀ ਰਹਿ ਜਾਂਦੀ ਸੀ ਧਿਰ। ਇਸ ਵਾਰ 5 ਕੋਣਾ ਮੁਕਾਬਲਾ ਹੋ ਰਿਹਾ। ਇਸ ਮੁਕਾਬਲੇ ਨੂੰ ਕਿਵੇਂ ਮੰਨਦੇ ਹੋ, ਦੇਖਦੇ ਹੋ? ਥੋੜਾ ਸਖਤ ਲੱਗਦਾ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਨਫਾ ਤੁਸੀਂ ਲੈ ਜਾਓਗੇ? ਦੇਖੋ, ਫਗਵਾੜੇ ਤੋਂ ਸਤਿਕਾਰਯੋਗ ਮੇਰੇ ਤੋਂ ਇਲਾਵਾ 6 ਹੋਰ ਉਮੀਦਵਾਰਾਂ ਨੇ ਕਾਗਜ਼ ਭਰੇ ਆ। ਤਾਂ ਮੈਂ ਇਹ ਗੱਲ ਬੜਾ ਨਿਮਾਣਾ ਜਿਹਾ ਹੋ ਕੇ ਕਹਿਣਾ ਚਾਹੁੰਦਾ ਕਿ 6 ਉਹ ਬੜੇ ਤਕੜੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਨੂਰ ਜੀ ਖੜੇ ਨੇ, ਮਤਲਬ ਬੜੇ ਤਕੜੇ ਨੇ ਜੀ। ਮੈਂ ਡਰ ਰਿਹਾ ਜੀ। ਤੇ ਇੱਕ ਹੋਰ ਹੈਗੀ ਪਾਰਟੀ ਲੁਧਿਆਣੇ ਵਾਲੀ, ਉਹ 'ਚੋਂ ਵੀ ਕੋਈ ਖੜਾ ਆ ਤੇ ਮੈਨੂੰ ਤਾਂ ਡਰ ਲੱਗਦਾ ਉਹ ਤੋਂ ਵੀ। ਨਾਂ ਵੀ ਲੈ ਦਿਓ ਉਹਦਾ? ਨਹੀਂ, ਨਾਂ ਲੈ ਕੇ ਆਪਾਂ ਕਿਉਂ ਜੀ, ਆਪਾਂ ਮਤਲਬ ਇੰਨਾ ਤਕੜਾ ਵੀ ਨਹੀਂ ਕਰਨਾ ਨਾ ਕਿਸੇ ਨੂੰ। ਤੇ ਇਸੇ ਤਰ੍ਹਾਂ ਇੱਕ ਜਿਹੜਾ ਲੋਕ ਸਭਾ ਲੜਿਆ ਸੀ ਉਹਨੂੰ ਬੜਾ ਚਸਕਾ ਸੀ। ਉਹ ਵੀ ਕਹਿੰਦਾ ਮੈਂ ਡੀਸੀ ਰਿਹਾ ਆ, ਤੇ ਉਹ ਪਤਾ ਨਹੀਂ ਉਹਦਾ ਦੁਖੀ ਰਾਮ ਹੈ ਕਿ ਖੁਸ਼ੀ ਰਾਮ ਹੈ ਵਿਚਾਰੇ ਦਾ, ਉਹ ਵੀ ਲੜ ਰਿਹਾ ਆ। ਦੇਖੋ ਹੱਸਣਾ ਨਹੀਂ ਜੀ ਕਿਸੇ ਨੇ, ਤੁਹਾਨੂੰ ਮੈਂ ਦੱਸਦੇ ਗੱਲ। ਦੁਖੀ ਰਾਮ, ਖੁਸ਼ੀ ਰਾਮ ਹੈ, ਖੁਸ਼ੀ ਰਾਮ ਹੈ। ਤੇ ਇੱਦਾਂ ਹੀ ਕੁਛ ਹੋਰ ਸਾਥੀ ਲੱਗੇ ਹੋਏ ਆ। ਔਰ ਕਾਂਗਰਸ ਦਾ ਖਲਾਰਾ ਜਿਹੜਾ ਪੈ ਚੁੱਕਾ ਆ, ਉਹ ਮਾਨਯੋਗ ਜੋਗਿੰਦਰ ਸਿੰਘ ਮਾਨ ਜੀ, ਸਾਬਕਾ ਕੈਬਨਿਟ ਮੰਤਰੀ, ਜਿਹੜਾ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 85 ਜਿੱਥੋਂ MLA ਬਣਿਆ, ਔਰ ਮਾਨਯੋਗ ਗ੍ਰਹਿ ਮੰਤਰੀ ਜਿਨ੍ਹਾਂ ਦੇ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ ਗਿਆ, ਉਹਦਾ ਭਾਣਜਾ ਦੱਸਦੇ ਆ ਇਲਾਕੇ ਦੇ ਲੋਕ। ਔਰ ਉਹ ਜਦੋਂ ਵੀ ਜਾਈਏ ਉਹ ਐਂ ਕਰਕੇ ਖੜਾ ਹੋ ਜਾਂਦਾ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਉਹ ਕੀ ਕਰਨਾ ਚਾਹੁੰਦਾ ਆ। ਵੀ 35 ਸਾਲਾਂ 'ਚ ਤਾਂ ਕੁਛ ਹੋਇਆ ਨਹੀਂ। 35 ਸਾਲਾਂ 'ਚ ਤਾਂ ਕਰਪਸ਼ਨ ਦਾ ਅੱਡਾ ਬਣਾ ਦਿੱਤਾ ਫਗਵਾੜਾ। ਔਰ ਮੈਨੂੰ ਉੱਥੇ ਤਰਸ ਆਉਂਦਾ ਵਿਚਾਰੇ ਤੇ ਕਿ ਲੋਕਾਂ ਦੇ ਵਿੱਚ ਇਹ ਕਰਦਾ ਕਿ ਮੈਂ ਇਮਾਨਦਾਰ। ਸਮਝ ਨਹੀਂ ਆਉਂਦੀ ਵੀ ਜੇ ਤੂੰ ਇਮਾਨਦਾਰ ਹੈ ਤਾਂ ਜਿਹੜਾ ਸੋਮ ਪ੍ਰਕਾਸ਼ ਨੇ ਇਲਜ਼ਾਮ ਲਗਾਇਆ ਸੀ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਅਜੇ ਤੱਕ। ਮਾਨਯੋਗ ਸੋਮ ਪ੍ਰਕਾਸ਼ ਜੀ ਨੇ ਕਿਹਾ ਸੀਗਾ ਵੀ ਦਰਬਾਰ ਸਾਹਿਬ ਜਾ ਕੇ ਝੂਠੀ ਸਹੁੰ ਖਾ ਲਏ ਤੇ ਮੈਂ ਸਦਾ ਲਈ ਸਿਆਸਤ ਛੱਡ ਦਾਂਗਾ। ਤੇ ਮਾਨਯੋਗ ਸੋਮ ਪ੍ਰਕਾਸ਼ ਜੀ ਦੀ ਸਿਆਸਤ ਮਾਨ ਸਾਹਿਬ ਕੋਲ ਛਡਾਉਣ ਦਾ ਸੁਨਹਿਰੀ ਮੌਕਾ ਸੀ। ਉਹ ਕਹਿੰਦਾ, ਸੋਮ ਪ੍ਰਕਾਸ਼ ਜੀ ਕਹਿੰਦੇ ਆ ਵੀ ਇਹ ਮੇਰੇ ਹੱਥੀਂ ਪੈਸੇ ਫੜ ਕੇ ਲੈ ਕੇ ਗਿਆ ਹੈ। ਉਹ ਕਹਿੰਦਾ ਪਾਰਟੀ ਫੰਡ ਲਿਆ। ਵੀ ਮਾਨ ਸਾਹਿਬ ਤੁਸੀਂ ਉਸ ਸਾਲ ਨਾ ਤਾਂ ਇਲੈਕਸ਼ਨ ਲੜ ਰਹੇ ਸੀ, ਨਾ ਤੁਸੀਂ ਇਲੈਕਸ਼ਨ ਕੰਪੇਨ 'ਚ ਚੱਲ ਰਹੇ ਸੀ। ਨਾਲੇ ਆਪੋਜੀਸ਼ਨ ਪਾਰਟੀ ਤੋਂ ਕਾਹਦਾ ਪਾਰਟੀ ਫੰਡ? ਨਹੀਂ ਚਲੋ ਮੈਂ ਸੋਚ ਲਿਆ ਵੀ ਚਲੋ ਕਿਸੇ ਦਾ ਕਿਰਦਾਰ ਡਿੱਗ ਪਿਆ ਤਾਂ ਉਹਨੂੰ ਆਪੋਜੀਸ਼ਨ ਤੋਂ ਵੀ ਫੰਡ ਲੈ ਲਿਆ, ਠੀਕ ਹੈ ਕਿ ਨਹੀਂ। ਤਾਂ ਇਸ ਕਰਕੇ ਮਾਨ ਸਾਹਿਬ ਜਿਹੜੇ ਆ ਪਿੰਡਾਂ 'ਚ ਡਰਾਮਾ ਜਿਹਾ ਕਰਨ ਲੱਗੇ ਉਹ ਆ। ਕੱਲ ਮੈਂ ਉਹ ਦੇਖ ਰਿਹਾ ਸੀ, ਕੋਈ ਮੈਨੂੰ ਦੱਸ ਰਿਹਾ ਸੀ, ਕਹਿੰਦਾ ਇੱਕ ਬੀਬੀ ਸ਼ਾਮਲ ਕਰਾਈ ਆ ਕਾਂਗਰਸ ਦੀ, ਉਹ ਝੂਠੇ ਹੀ ਟੈਗ ਲਿਖ ਕੇ ਲਾਉਣ ਲੱਗਿਆ ਆ ਕਿ ਮੈਂ ਅਕਾਲੀ ਦਲ ਦੇ ਸ਼ਾਮਲ ਕਰਾਏ।
ਵੀ ਕਾਂਗਰਸ ਦੇ ਵਿੱਚ ਤਾਂ ਤੁਹਾਡੀ ਭਾਈ ਆਪਸੀ ਭਰਾਵਾਂ ਦੀ ਜੰਗ ਚੱਲ ਰਹੀ ਆ। ਇੱਕ ਪਾਸੇ ਧਾਰੀਵਾਲ ਸਾਹਿਬ ਹੈ, ਦੇਖੋ ਵਿਚਾਰਾ ਇਮਾਨਦਾਰ ਬੰਦਾ ਆ, ਸ਼ਹਿਰ ਦਾ ਬੱਚਾ ਜਾਣਦਾ, ਉਹਨੇ ਕਦੇ ਵੀ ਮਤਲਬ ਕਿਸੇ ਨੂੰ ਕਿਹਾ ਹੀ ਨਹੀਂ ਮੈਨੂੰ ਲੱਖ ਚਾਹੀਦਾ ਲਾਇਸੈਂਸ ਬਣਾਉਣ ਦਾ, ਕਦੇ ਉਹਨੇ ਕਿਹਾ ਹੀ ਨਹੀਂ ਕਿਸੇ ਨੂੰ ਬਈ ਮੈਨੂੰ 20,000 ਦੀ ਪੂਣੀ ਮਹੀਨੇ ਬਾਅਦ ਦੇ ਦਿਓ, ਹਫ਼ਤੇ ਬਾਅਦ ਦੇ ਦਿਓ। ਇੰਨਾ ਇਮਾਨਦਾਰ ਬੰਦਾ ਫਗਵਾੜੇ ਨੂੰ ਮਿਲਿਆ ਹੋਵੇ ਔਰ ਉਹ ਵਿਚਾਰਾ ਨਾ ਬੋਲਦਾ ਨਾ ਚੱਲਦਾ ਹੈ। ਔਰ ਅੱਜ ਜਦੋਂ ਗੜੀ ਆ ਕੇ ਇੱਥੇ ਦੰਦਨਾਉਣ ਲੱਗ ਪਿਆ ਕਿ ਗੜੀ ਜਦੋਂ ਇੱਥੇ ਬਸਪਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਿੱਥੋਂ ਦੇ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਦਹਾੜਨ ਲੱਗ ਪਿਆ, ਉਹਨਾਂ ਦੁੱਖ ਤਕਲੀਫਾਂ ਬਾਰੇ ਅੱਜ ਇਹ ਸਾਰੇ ਹੀ ਗੜੀ ਦੀ ਬੋਲੀ ਬੋਲਣ ਲੱਗ ਪਏ। ਇੱਥੇ ਆ ਕੇ ਅਸੀਂ ਇੱਕੋ ਹੀ ਨਾਰਾ ਦਿੱਤਾ, ਫਗਵਾੜੇ ਨੂੰ ਜ਼ਿਲ੍ਹਾ ਬਣਾਵਾਂਗੇ। ਅਸੀਂ ਇੱਕੋ ਹੀ ਨਾਰਾ ਦਿੱਤਾ, ਫਗਵਾੜੇ 'ਚ ਸਟੇਡੀਅਮ ਇਹਨਾਂ ਨੂੰ ਬਣਾਉਣਾ ਚਾਹੀਦਾ ਸੀ, ਜ਼ਿਲ੍ਹਾ ਇਹਨਾਂ ਨੂੰ ਬਣਾਉਣਾ ਚਾਹੀਦਾ ਸੀ। ਇਹ ਚੁਣੇ ਗਏ ਨੁਮਾਇੰਦੇ ਆ, ਇਹ ਨਹੀਂ ਬਣਾ ਪਾਏ, ਅਸੀਂ ਬਣਾ ਕੇ ਦਿਆਂਗੇ। ਫਗਵਾੜੇ ਦੇ ਚਾਰੋਂ ਪਾਸੇ ਪਾਰਕੀਆਂ ਨੇ ਛੋਟੀਆਂ, ਜੇ ਫਗਵਾੜੇ 'ਚ ਘੁੰਮੋ ਪਾਰਕ ਨਜ਼ਰ ਨਹੀਂ ਆਉਂਦੀ। ਫਗਵਾੜੇ ਦੇ ਚਾਰੋਂ ਪਾਸੇ ਪਾਰਕ ਅਸੀਂ ਬਣਾ ਕੇ ਦਿਆਂਗੇ। ਫਗਵਾੜੇ ਦਾ ਹਸਪਤਾਲ ਰੈਫਰਲ ਹਸਪੀਟਲ ਬਣਾ ਦਿੱਤਾ, ਜਦੋਂ ਕੋਈ ਮਰੀਜ਼ ਜਾਂਦਾ ਚੱਲ CMC, ਚੱਲ DMC, ਚੱਲ PGI, ਚੱਲ ਜਲੰਧਰ। ਫਗਵਾੜੇ ਨੂੰ 500 ਬੈੱਡ ਦਾ ਹਸਪਤਾਲ ਸਰਕਾਰੀ ਪਲੱਸ ਮੈਡੀਕਲ ਕਾਲਜ, CMC ਵੀ ਮੈਡੀਕਲ ਕਾਲਜ ਹੈ, DMC ਵੀ ਮੈਡੀਕਲ ਕਾਲਜ ਹੈ, PGI ਵੀ ਮੈਡੀਕਲ ਕਾਲਜ ਹੈ। ਇਹ ਦਾਅਵੇ ਜਸਬੀਰ ਸਿੰਘ ਗੜੀ ਹੁਰੀ ਬਸਪਾ ਦੇ ਦਮ ਤੇ ਕਰ ਰਿਹਾ ਜਾਂ ਜਿਹੜੀ ਸਹਿਯੋਗੀ ਪਾਰਟੀ ਅਕਾਲੀ ਦਲ ਆ ਉਹਦੇ ਦਮ ਤੇ ਕਰ ਰਿਹਾ? ਕਿਉਂਕਿ ਇਹੀ ਫਗਵਾੜਾ ਜਿਹਦੇ ਵਿੱਚ ਤੁਸੀਂ ਨੁਕਸ ਦੱਸ ਰਹੇ ਹੋ, ਬਹੁਤੀ ਸੱਤਾ ਜਿਹੜੀ ਫਗਵਾੜੇ ਦੀ ਅਕਾਲੀ ਭਾਜਪਾ ਗੱਠਜੋੜ ਦੇ ਹੱਥ ਰਹੀ ਆ, ਕੇਂਦਰ ਵੱਲੋਂ ਵੀ ਤੇ ਸਟੇਟ ਵੱਲੋਂ ਵੀ। ਇਹ ਜਿਹੜੇ ਮੈਂ ਦਾਅਵੇ ਕਰ ਰਿਹਾ, ਇਹ ਸਰਕਾਰ ਬਣਾ ਕੇ, ਬਸਪਾ ਅਕਾਲੀ ਦਲ ਦੀ ਸਰਕਾਰ ਬਣਾ ਕੇ, ਫਗਵਾੜੇ ਦੇ ਲੋਕਾਂ ਦੇ ਚਰਨਾਂ ਦੀ ਧੂੜ ਬਣ ਕੇ, ਉਹਨਾਂ ਦਾ ਆਸ਼ੀਰਵਾਦ ਦੋਏ ਹੱਥ ਆਪਣੇ ਸਿਰ ਦੀ ਪੱਗ ਤੇ ਰਖਾ ਕੇ ਆਸ਼ੀਰਵਾਦ ਲੈ ਕੇ, ਮੈਂ ਉਸ ਆਸ਼ੀਰਵਾਦ ਦੇ ਫਗਵਾੜੇ ਦੇ ਲੋਕਾਂ ਨੇ ਜਿਹੜਾ ਆਸ਼ੀਰਵਾਦ ਦਿੱਤਾ, ਉਸ ਆਸ਼ੀਰਵਾਦ ਦੇ ਦਮ ਤੇ ਕਰ ਰਿਹਾ। ਇਹ ਕੰਮ ਤਾਂ ਆਜ਼ਾਦੀ ਦੇ 74 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ। ਕਿਉਂ ਨਹੀਂ ਬਣਿਆ ਫਗਵਾੜਾ ਜ਼ਿਲ੍ਹਾ? ਕਿ ਫਗਵਾੜੇ ਨੂੰ ਇਹਨਾਂ ਨੇ ਪ੍ਰਸ਼ਾਸਨਿਕ ਟਾਪੂ ਬਣਾ ਕੇ ਰੱਖਤਾ, ਐਡਮਿਨਿਸਟ੍ਰੇਟਿਵ ਆਈਲੈਂਡ। ਇਹ ਟਾਪੂ ਤਾਂ ਸਮੁੰਦਰਾਂ ਮਹਾਸਾਗਰਾਂ 'ਚ ਹੁੰਦੇ ਆ। ਜਲੰਧਰ ਦਾ ਟ੍ਰੈਫਿਕ ਦਾ ਸਮੁੰਦਰ ਪਾਰ ਕਰਕੇ ਕਪੂਰਥਲੇ ਜਾਣਾ ਪਵੇ, 125 ਕਰੋੜ ਦਾ ਸਾਲਾਨਾ ਰੈਵਨਿਊ, 5 ਸਾਲਾਂ ਦਾ ਰੈਵਨਿਊ, 24-25 ਕਰੋੜ ਦਾ ਰੈਵਨਿਊ ਸਾਲਾਨਾ ਕਿਰਾਇਆ ਭਾੜਿਆਂ 'ਚ ਫਗਵਾੜੇ ਦੇ ਸ਼ਹਿਰੀ ਅਜਾਈ ਜਾ ਰਹੇ ਹੋਣ, ਜਦ ਕਿ ਉਹ ਪੈਸਾ ਤਾਂ ਸਿਹਤ ਸਿੱਖਿਆ ਰੋਜ਼ਗਾਰ ਤੇ ਲੱਗਣਾ ਚਾਹੀਦਾ ਸੀ। ਤਾਂ ਇਹ ਸਾਰੇ ਦਾ ਸਾਰਾ ਜਿਹੜਾ ਮੈਂ ਐਡੇ ਵੱਡੇ ਦਾਅਵੇ ਕਰ ਰਿਹਾ, ਫਗਵਾੜੇ ਦੇ ਹਰ ਉਸ ਵੋਟਰ ਦੇ ਆਸ਼ੀਰਵਾਦ ਦੇ ਦਮ ਤੇ ਕਰ ਰਿਹਾ ਜਿਹੜਾ ਮੇਰੇ ਸਿਰ ਤੇ ਆ ਗਿਆ ਹੈ। ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਚੋਣ ਲੜ ਰਹੀ ਆ ਤੇ ਇਹਨਾਂ 20 ਸੀਟਾਂ ਦੇ ਵਿੱਚੋਂ ਇੱਕ ਸੀਟ ਇਹੋ ਜਿਹੀ ਆ ਜਿਹਦੇ ਉੱਤੇ ਪਿਛਲੇ ਦਿਨੀ ਨਾਮਜ਼ਦਗੀ ਪੱਤਰਾਂ ਨੂੰ ਲੈ ਕੇ ਬੜਾ ਵਿਵਾਦ ਖੜਾ ਹੋਇਆ। ਬਰਜਿੰਦਰ ਸਿੰਘ ਹੁਸੈਨਪੁਰ ਇੱਕ ਪਾਸਿਓਂ ਕਹਿੰਦੇ ਕਿ ਦਾਅਵੇਦਾਰੀ ਕਹਿੰਦੇ ਕਿ ਬਸਪਾ ਵੱਲੋਂ ਮੈਨੂੰ ਟਿਕਟ ਮਿਲੀ ਹੈ, ਤੁਹਾਡੇ ਨਛੱਤਰ ਹੋਰੀ ਇੱਕ ਪਾਸਿਓਂ ਕਹਿੰਦੇ ਕਿ ਬਸਪਾ ਦੇ ਵੱਲੋਂ ਮੈਨੂੰ ਟਿਕਟ ਮਿਲੀ ਆ। ਮਾਮਲਾ ਉਲਝਦਾ ਜਾਂਦਾ ਆ ਤੇ ਉਹਦੇ ਤੋਂ ਬਾਅਦ ਬਰਜਿੰਦਰ ਹੋਰਾਂ ਦੇ ਉੱਤੇ 420 ਦਾ ਪਰਚਾ ਵੀ ਕਰਵਾ ਦਿੱਤਾ ਜਾਂਦਾ ਆ। ਇਹ ਕਨਫਿਊਜ਼ਨ ਪੈਦਾ ਕੀ ਹੋਈ? ਕੀ ਬਰਜਿੰਦਰ ਸਿੰਘ ਹੁਸੈਨਪੁਰ ਨੇ ਜਾਣਬੁੱਝ ਕੇ ਚੀਜ਼ਾਂ ਕੀਤੀਆਂ ਜਾਂ ਕਿਤੇ ਪਾਰਟੀ ਦੇ ਵੱਲੋਂ ਦੋਨਾਂ ਨੂੰ ਥੋੜੀ ਬਹੁਤੀ ਸਹਿਮਤੀ ਹੁੰਗਾਰਾ ਦੇ ਦਿੱਤਾ ਗਿਆ ਸੀ ਤਾਂ ਕਰਕੇ ਇੱਥੋਂ ਤੱਕ ਗੱਲ ਪਹੁੰਚੀ? ਮਾਨਯੋਗ ਆਰਓ ਸਾਹਿਬ ਬੜੇ ਸਿਆਣੇ ਸੀਗੇ, ਬੜੇ ਸੁਘੜ ਸੀਗੇ। ਉਹਨਾਂ ਨੇ ਜਦੋਂ 2 ਟਿਕਟਾਂ ਦੇਖੀਆਂ ਤਾਂ ਉਹਨਾਂ ਨੇ ਪਾਰਟੀ ਕੋਲੇ ਪੱਖ ਰੱਖਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਆ। ਪਾਰਟੀ ਨੇ ਇਹ ਗੱਲ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਕੋਲ ਪਹੁੰਚਾਈ। ਉੱਥੇ ਉਹਨਾਂ ਨੇ ਸਾਨੂੰ ਈਮੇਲਾਂ 3 ਜਿਹੜੀਆਂ ਆ ਇਹਦਾ ਕੰਟੀਨਿਊਸ਼ਨ ਭੇਜੀਆਂ ਕਿ ਸਾਡਾ ਅਧਿਕਾਰਤ ਉਮੀਦਵਾਰ ਡਾਕਟਰ ਨਛੱਤਰਪਾਲ ਜੀ ਆ, ਜਿਹੜਾ ਇਹ ਡਾਕੂਮੈਂਟ ਯੂਜ਼ ਕੀਤਾ, ਇਸ ਤੋਂ ਇਲਾਵਾ ਅਸੀਂ ਕਿਸੇ ਹੋਰ ਨੂੰ ਟਿਕਟ ਨਹੀਂ ਦਿੱਤੀ। ਤੀਸਰਾ ਉਹਨਾਂ ਨੇ ਕਿਹਾ ਜੇ ਕੋਈ ਇਦਾਂ ਦੀ ਲੱਗੀ ਆ ਉਹ ਫੇਕ ਡਾਕੂਮੈਂਟ ਦੇ ਆਧਾਰ ਤੇ ਲੱਗੀ ਆ। ਉਸ ਤੋਂ ਬਾਅਦ ਮਾਨਯੋਗ ਆਰਓ ਸਾਹਿਬ ਨੇ ਫੈਸਲਾ ਜਿਹੜਾ ਆ ਉਹ ਕੀਤਾ ਕਿ ਫੇਕ ਡਾਕੂਮੈਂਟ ਵਾਲੀ ਟਿਕਟ ਰੱਦ ਕਰ ਦਿੱਤੀ ਔਰ ਮਾਮਲਾ ਨਿਬੜ ਗਿਆ। ਮਾਮਲਾ ਨਿਬੜਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਮਾਨਯੋਗ ਆਰਓ ਸਾਹਿਬ ਨੇ ਜਿਹੜੀ ਕਾਰਵਾਈ ਆ ਲੀਗਲ ਦਾਇਰਿਆਂ 'ਚ ਕਾਨੂੰਨੀ ਪਾਲਣਾ ਕਰਦੇ ਹੋਏ ਕਰਵਾਈ ਆ। ਕਿਉਂਕਿ ਮੈਂ ਤਾਂ ਉਸ ਦਿਨ ਇੱਥੇ ਆ ਗਿਆ ਸੀਗਾ, ਅਖਬਾਰਾਂ ਦੇ ਮਾਧਿਅਮ ਤੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਕੇਸ ਉਹਨਾਂ ਤੇ ਦਰਜ ਹੋਇਆ ਜਾਂ ਅਰੈਸਟ ਵੀ ਹੋਈ ਆ। ਤਾਂ ਇਸ ਕਰਕੇ ਮਾਮਲਾ ਉਸੇ ਦਿਨ ਸਾਡੇ ਵੱਲੋਂ ਤਾਂ ਨਿਬੜ ਗਿਆ ਸੀ। ਹੁਣ ਗਾਹਾਂ ਆਰਓ ਸਾਹਿਬ ਦਾ ਚੋਣ ਕਮਿਸ਼ਨ ਦਾ ਮਾਮਲਾ ਆ, ਉਹ ਕਿੱਥੇ ਤੱਕ ਲੈ ਕੇ ਜਾਂਦੇ ਉਹਨਾਂ ਨੂੰ ਪਤਾ ਜੀ। ਕਿਉਂਕਿ ਉਹ ਸੋਸ਼ਲ ਐਕਟਿਵਿਸਟ ਵੀ ਨੇ ਬਰਜਿੰਦਰ ਸਿੰਘ ਹੁਸੈਨਪੁਰ ਹੋਰੀ। ਲੱਗਦਾ ਕਿ ਆਹ ਵਾਲੇ ਵਿਵਾਦ ਦਾ ਕਰਕੇ ਕਿਤੇ ਤੁਹਾਡੇ ਉਮੀਦਵਾਰ ਨੂੰ ਉੱਥੇ ਨੁਕਸਾਨ ਹੋ ਸਕਦਾ, ਕਿਉਂਕਿ ਜਿਹੜੇ ਉਹਨਾਂ ਨਾਲ ਲੋਕ ਜੁੜੇ ਹੋਣਗੇ ਉਹ ਫਿਰ ਹੋ ਸਕਦਾ ਉਹਨਾਂ ਦੇ ਜ਼ਰੀਏ ਵੀ ਬਸਪਾ ਨਾਲ ਜੁੜੇ ਹੋਣ ਲੋਕ, ਤੇ ਉਹ ਕਿਤੇ ਨਾਰਾਜ਼ਗੀ ਨਹੀਂ ਹੋਏਗੀ, ਉਹ ਨੁਕਸਾਨ ਨਹੀਂ ਹੋਏਗਾ। ਦੇਖੋ ਗੱਲ ਇਹ ਆ, ਪੂਰਾ ਨਵਾਂ ਸ਼ਹਿਰ ਇਸ ਗੱਲੋਂ ਪਰੇਸ਼ਾਨ ਸੀ ਕਿ ਇਹ 2 ਟਿਕਟਾਂ ਜਦੋਂ ਪਾਰਟੀ ਮੁੱਕਰ ਰਹੀ, ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਮੁੱਕਰ ਰਿਹਾ, ਪਾਰਟੀ ਦਾ ਸਟੇਟ ਇੰਚਾਰਜ ਮੁੱਕਰ ਰਿਹਾ ਕਿ ਟਿਕਟ ਸਾਡੀ ਨਹੀਂ, ਅਸੀਂ ਜਾਰੀ ਨਹੀਂ ਕੀਤੀ। ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਮੁੱਕਰ ਰਿਹਾ ਕਿ ਟਿਕਟ ਸਾਡੀ ਨਹੀਂ, ਅਸੀਂ ਜਾਰੀ ਨਹੀਂ ਕੀਤੀ। ਅਸੀਂ ਤਿੰਨੋਂ ਹੀ ਇੱਕ ਸੁਰ ਦੇ ਵਿੱਚ ਕਹਿ ਰਹੇ ਸਾਡਾ ਅਧਿਕਾਰਤ ਉਮੀਦਵਾਰ ਡਾਕਟਰ ਨਛੱਤਰਪਾਲ ਜੀ ਆ। ਤੇ ਇਹ ਤਾਂ ਸਮਾਜ ਸੇਵੀ ਜਿਹੜੇ ਉਸ ਵਿੰਗ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਦੱਸਣਾ ਚਾਹੀਦਾ ਆ।
ਜਿਹੜਾ ਉਸ ਸਮਾਜ ਸੇਵੀ ਸੰਸਥਾ ਦੇ ਜਿਹੜੇ ਆਗੂ ਨੇ, ਜੋ ਵੀ ਆਗੂ, ਮੈਂ ਤਾਂ ਕਦੇ ਨਾ ਮੈਨੂੰ ਪਤਾ ਹੈ ਉਹਦੇ ਬਾਰੇ, ਨਾ ਮੈਂ ਪਾਰਟੀ ਜੁਆਇਨ ਕੀਤੀ ਹੋਈ ਸੀ ਉਹਨਾਂ ਨੇ ਵੈਸੇ? ਨੋ ਨੈਵਰ, ਨੋ ਐਂਡ ਨੈਵਰ। ਲੇਕਿਨ ਉਹਨਾਂ ਨੇ ਇਹ ਉਹਨਾਂ ਨੂੰ ਦੱਸਣਾ ਚਾਹੀਦਾ। ਇਸ ਕਰਕੇ ਜੇ ਕੋਈ ਬੰਦਾ ਕੋਈ ਇਦਾਂ ਦੀ ਹਰਕਤ ਕਰਦਾ ਆ, ਕੋਈ ਇਦਾਂ ਦਾ ਕੋਈ ਕੇਸ ਸਾਹਮਣੇ ਆਉਂਦਾ, ਉਹਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਦੂਜੀ ਟਿਕਟ ਕਿੱਥੋਂ ਲਿਆਂਦੀ ਹੈ। ਜਦੋਂ ਪਾਰਟੀ ਕਹਿ ਰਹੀ ਹੈ ਸਾਡੇ ਕੋਲ ਸਾਡਾ ਤੇਰੇ ਨਾਲ ਸੰਬੰਧ ਕੋਈ ਨਹੀਂ, ਤਾਂ ਉਹਨੂੰ ਬਿਲਕੁਲ ਉਜਾਗਰ ਕਰਨਾ ਚਾਹੀਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜਸਬੀਰ ਸਿੰਘ ਗੜੀ ਜੀ। ਸੋ ਜਸਬੀਰ ਸਿੰਘ ਗੜੀ ਹੋਰਾਂ ਦਾ ਸਾਫ਼ ਤੌਰ ਤੇ ਕਹਿਣਾ ਆ ਕਿ ਇਸ ਵੇਲੇ ਫਗਵਾੜੇ ਦੇ ਵਿੱਚ ਸਥਿਤੀ ਜਿਹੜੀ ਆ ਉਹ ਮਜ਼ਬੂਤ ਆ, ਔਰ ਇਹਦੇ ਨਾਲ ਨਾਲ ਜੋ ਨਵਾਂ ਸ਼ਹਿਰ ਦੇ ਵਿੱਚ ਸਥਿਤੀਆਂ ਪੈਦਾ ਹੋਈਆਂ ਉਹਨੂੰ ਵੀ ਲੈ ਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਇਸ ਦੇ ਵਿੱਚ ਪਾਰਟੀ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਸੀ ਉਸ ਫੈਸਲੇ ਤੇ ਮੋਹਰ ਲੱਗ ਗਈ ਹੈ। ਪਰ ਬਹੁਤ ਸਾਰੀਆਂ ਚੀਜ਼ਾਂ ਨੇ ਉਸ ਕਨਫਿਊਜ਼ਨ ਦਾ ਕਰਕੇ ਨਵਾਂ ਸ਼ਹਿਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਨਫਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ, ਇਹ ਵਕਤ ਦੱਸੂਗਾ। ਪਰ ਇੰਨਾ ਜ਼ਰੂਰ ਹੈ ਕਿ ਇਹ ਮਾਮਲਾ ਚਰਚਾ ਦੇ ਵਿੱਚ ਖੂਬ ਰਿਹਾ ਆ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।